ਸੋ ਆਪਾਂ ਚਾਹੁੰਦੇ ਹਾਂ ਕਿ ਜ਼ਰੂਰ ਇੱਕ ਦੋ ਗੱਲਾਂ ਆਪਣੇ ਮਨ ਦੀਆਂ ਵੀਰ ਤੁਸੀਂ ਕਰ ਰਹੇ ਸੀਗੇ ਕੁਝ ਮੈਨੂੰ ਲੱਗਦਾ ਕਿ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਨਵੀਂ ਪੀੜ੍ਹੀ ਕੀ ਸੋਚਦੀ ਹੈ ਨਾ। ਦੀਪ ਸਿੱਧੂ 36-37 ਵਰ੍ਹਿਆਂ ਦੀ ਉਮਰ ਦੇ ਵਿੱਚ ਬਹੁਤ ਕੁਝ ਦੇ ਕੇ ਗਿਆ ਸਾਨੂੰ ਹੈ ਨਾ ਜੀ, ਸਾਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ। ਅਸੀਂ ਨਾਅਰੇ ਲਾ ਰਹੇ ਹਾਂ ਕਿ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਸੋ ਦੀਪ ਸਿੱਧੂ ਦੀ ਜਿਹੜੀ ਸੋਚ ਸੀਗੀ ਤੁਸੀਂ ਕਿੰਨਾ ਕੁ ਸਮਝ ਪਾਏ ਹੋ, ਕੀ ਸਮਝ ਪਾਏ ਹੋ? ਕੁਛ ਨਾ ਕੁਛ ਦੋ ਚਾਰ ਗੱਲਾਂ। ਬਾਈ ਜੀ ਚਲੋ 100% ਤਾਂ ਅਸੀਂ ਵੀ ਨਹੀਂ ਬਾਈ ਦੀਆਂ ਗੱਲਾਂ ਸਮਝ ਸਕੇ, ਪਰ ਜਿੰਨਾ ਕਿ ਸਮਝ ਸਕੇ ਆ ਬਾਈ ਹਰੇਕ ਟਾਈਮ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਰਾਜਨੀਤੀ ਦੇ ਉੱਤੇ ਇੱਕ ਧਰਮ ਦਾ ਕੁੰਡਾ ਹੋਣਾ ਚਾਹੀਦਾ ਕਿਸੇ ਨਾ ਕਿਸੇ ਚੀਜ਼ ਦਾ, ਕਿ ਇਹਨਾਂ ਨੂੰ ਹਮੇਸ਼ਾ ਡਰ ਰਵੇ ਕਿ ਹਾਂ ਵੀ ਸਾਡੇ ਕੋਲੋਂ ਵੀ ਕੋਈ ਜਵਾਬ ਲੈਣ ਵਾਲਾ ਹੋਣਾ ਚਾਹੀਦਾ ਜੀ। ਤੇ ਉਹ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਅੱਜ ਬਣਨ ਦੀ ਲੋੜ ਆ। ਅੱਗੇ ਰਾਜਨੀਤਿਕ ਦਾ ਫੈਸਲਾ ਆਉਣ ਵਾਲਾ 10 ਤਰੀਕ ਨੂੰ, ਨੌਜਵਾਨਾਂ ਨੂੰ ਤਗੜੇ ਹੋ ਕੇ ਉਹਦੀ ਜਥੇਬੰਦੀ ਦਾ ਵਿਸਥਾਰ ਕਰਨਾ ਚਾਹੀਦਾ, ਜਿਹੜੀ ਕਿ ਗੱਲ ਅੱਜ ਸਟੇਜ ਤੋਂ ਹੋਣੀ ਚਾਹੀਦੀ ਸੀ ਮੇਰੇ ਖਿਆਲ ਨਾਲ, ਪਰ ਉਹ ਨਹੀਂ ਹੋ ਪਾਈ। ਮਤਲਬ ਸਟੇਜ ਤੇ ਜੋ ਕੁਝ ਹੋਇਆ ਤੁਹਾਡੀ ਤਸੱਲੀ ਨਹੀਂ ਹੋਈ ਪੂਰੀ? ਘੱਟੋ ਘੱਟ ਮੇਰੀ ਤਾਂ ਨਹੀਂ ਹੋਈ, ਬਾਕੀਆਂ ਦਾ ਮੈਂ ਕੁਝ ਨਹੀਂ ਹੋਈ। ਤੁਸੀਂ ਕਿਸ ਅਸੀਂ ਤਾਂ ਇਹ ਸਮਝਦੇ ਹਾਂ ਕਿ ਜਦੋਂ ਤੱਕ ਸੈਂਟਰ ਗੌਰਮੈਂਟ ਦੇ ਵਿੱਚ ਸਾਡੀ ਆਪਣੇ ਸਿੱਖ ਪੰਥਕ ਦਾ ਕੋਈ ਬੰਦਾ ਜਾ ਕੇ ਖੜ ਨਹੀਂ ਜਾਂਦਾ, ਜਿਹੜੇ ਸਾਡੀ ਆਵਾਜ਼ ਨਹੀਂ ਬੁਲੰਦ ਕਰ ਸਕਦਾ, ਉਦੋਂ ਤੱਕ ਅਸੀਂ ਆਜ਼ਾਦ ਨਹੀਂ ਹੈਗੇ। ਸਾਨੂੰ ਅੱਜ ਵੋਟਿੰਗ ਕੰਪੇਨ ਦੇ ਵਿੱਚ ਕਿਰਪਾਨਾਂ ਪਾ ਕੇ ਅੰਦਰ ਲੈ ਕੇ ਜਾਣ ਨਹੀਂ ਦਿਆ ਜਾ ਰਿਹਾ ਵੀ ਤੁਸੀਂ ਕਿਰਪਾਨ ਲੈ ਕੇ ਅੰਦਰ ਵੋਟ ਪਾਉਣ ਨਹੀਂ ਜਾ ਸਕਦੇ। ਇਹ ਕਿੱਥੋਂ ਦਾ ਅਧਿਕਾਰ ਆ? ਦੂਜੀ ਗੱਲ, ਮੈਂ ਨੌਜਵਾਨਾਂ ਨੂੰ ਇਹ ਲਾਹਣਤਾਂ ਵੀ ਪਾਉਣੀਆਂ ਚਾਹੁੰਦਾ ਵੀ ਤੁਸੀਂ ਇੰਨੇ ਚਿਰ ਤੁਸੀਂ ਇੱਕ ਫਿਰ ਸੋਸ਼ਲ ਮੀਡੀਆ ਜੋਗੇ ਰਹਿ ਗਏ ਜੇ, ਤੁਸੀਂ ਟਿਕਟੌਕ ਬਣਾਉਣ ਜੋਗੇ ਰਹਿ ਗਏ ਜੇ, ਰੀਲਾਂ ਬਣਾ ਲਈਆਂ, ਪਰ ਤੁਹਾਨੂੰ ਸਾਡਾ ਇਤਿਹਾਸ ਜਿਹੜਾ ਸਾਨੂੰ ਭੁੱਲਦਾ ਜਾ ਰਿਹਾ ਵਾ। ਸਕੂਲਾਂ ਦੇ ਵਿੱਚੋਂ ਸਾਡਾ ਇਤਿਹਾਸ ਮਿਟਾਇਆ ਜਾ ਰਿਹਾ ਵਾ। CBSE ਦੇ ਵਿੱਚ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਿਰਫ ਲੜਾਕੂ ਕਿਹਾ ਗਿਆ ਵਾ। ਇਹਨਾਂ ਚੀਜ਼ਾਂ 'ਤੇ ਸਾਨੂੰ ਪਹਿਰਾ ਦੇਣ ਦੀ ਲੋੜ ਆ। ਸਾਨੂੰ ਆਪਣਾ ਇਤਿਹਾਸ ਆ ਜਿਹੜਾ ਸਕੂਲਾਂ ਦੇ ਵਿੱਚ ਲਾਗੂ ਕਰਨਾ ਚਾਹੀਦਾ, ਬੱਚਿਆਂ ਨੂੰ ਸੇਧ ਦੇਣੀ ਚਾਹੀਦੀ ਆ। ਅਤੇ ਜਿਹੜੀਆਂ ਵੀ ਅਸੀਂ ਰਾਜਨੀਤਿਕ ਪਾਰਟੀਆਂ ਦੇ ਪਿੱਛੇ ਲੱਗ ਰਹੇ ਹਾਂ ਅਤੇ ਇਹ ਮਨ 'ਚੋਂ ਖਿਆਲ ਕੱਢ ਦੇਣ ਕਿ ਇਹ ਸਾਡੇ ਆ, ਇਹ ਆਉਣ ਵਾਲੀ ਪੀੜ੍ਹੀ ਲਈ ਨਸਲਕੁਸ਼ੀ ਇੱਕ ਤਿਆਰ ਹੋ ਰਹੀ ਆ। ਜੋ ਦੀਪ ਬਾਈ ਨੇ ਕਹਿਤਾ ਸੀ ਕਿ ਇੱਕ ਜੈਨੋਸਾਈਡ ਤੁਹਾਡੇ ਲਈ ਤਿਆਰ ਆ, ਉਹ ਸਾਡਾ ਹੋਣਾ ਵਾ ਜੇ ਹੁਣ ਵੀ ਨਾ ਜਾਗੇ। ਇੱਥੇ ਇੰਨੇ ਸਾਰੇ ਜਾਣੇ ਇਕੱਠੇ ਹੋ ਕੇ ਆਏ, ਇੰਨੀ ਜਵਾਨੀ ਇਕੱਠੀ ਹੋ ਕੇ ਆਈ। ਕੀ ਰਾਜ ਕਰੇਗਾ ਖਾਲਸਾ ਦੇ ਕਹਿਣ ਨਾਲ ਖਾਲਸਾ ਰਾਜ ਆ ਜਾਏਗਾ? ਕੀ ਜਕਾਰੇ ਲਾਉਣ ਦੇ ਨਾਲ ਖਾਲਿਸਤਾਨ ਆ ਜਾਏਗਾ? ਕੀ ਜਕਾਰੇ ਲਾਉਣ ਦੇ ਨਾਲ ਇੱਕ ਖਾਲਸਾ ਪੰਥ ਬਣ ਜਾਏਗਾ? ਨਹੀਂ, ਉਹਨਾਂ ਤੱਕ ਨਹੀਂ ਬਣਨਾ ਜਦੋਂ ਤੱਕ ਸਾਡੀ ਸੋਚ ਇੱਕ ਨਾ ਹੋਈ। ਤੇ ਸਾਡੀ ਸੋਚ ਇੱਕ ਇਹਨਾਂ ਨੇ ਰਹਿਣ ਨਹੀਂ ਦੇਣੀ, ਸਰਕਾਰਾਂ ਨੇ ਰਹਿਣ ਨਹੀਂ ਦੇਣੀ। ਸੋ ਮੈਂ ਸਾਰਿਆਂ ਨੂੰ, ਨੌਜਵਾਨੀ ਨੂੰ ਇਹ ਬੇਨਤੀ ਕਰਦਾ ਵਾਂ ਕਿ ਆਪਣੇ ਘਰਾਂ ਤੋਂ ਸ਼ੁਰੂ ਕਰੋ, ਆਪਣੇ ਤੋਂ ਸ਼ੁਰੂ ਕਰੋ, ਇੱਕ ਸਿੱਖੀ ਵਾਲੀ ਲਹਿਰ ਵਾਲੇ ਪਾਸੇ ਆਓ। ਕਮ ਸੇ ਕਮ ਤੁਸੀਂ ਪ੍ਰਚਾਰ ਕਰੋ, ਸਿੱਖਾਂ ਦਾ ਪ੍ਰਚਾਰ ਕਰੋ, ਆਪਣੀ ਇੱਕ ਧਰਮ ਦੀ ਰਾਜਨੀਤੀ ਲੈ ਕੇ ਆਓ ਤਾਂ ਕਿ ਸਾਡੇ ਗੁਰਦੁਆਰੇ ਵੀ ਅੱਜ ਆਜ਼ਾਦ ਹੋ ਸਕਣ। ਸਾਡੇ ਗੁਰਦੁਆਰੇ ਵੀ ਨਹੀਂ ਆਜ਼ਾਦ, ਅਸੀਂ ਵੀ ਨਹੀਂ ਆਜ਼ਾਦ, ਸਾਡੀ ਭਾਸ਼ਾ ਵੀ ਨਹੀਂ ਆਜ਼ਾਦ, ਸਾਡਾ ਪੰਜਾਬ ਨਹੀਂ ਆਜ਼ਾਦ। ਅਸੀਂ ਇੱਕ ਗੁਲਾਮ ਆ ਅਤੇ ਗੁਲਾਮ ਹੀ ਰਹਿਣਾ ਵਾ। ਇੱਕ ਸਾਡੀ ਸੋਚ ਆ ਜਿਹੜੀ ਗੁਲਾਮ ਆ, ਹਜੇ ਤੱਕ ਨਹੀਂ ਖੁੱਲੀ। ਅਤੇ ਮੈਂ ਸਮਝਦਾ ਵੀ ਦੀਪ ਵੀਰ ਦੇ ਜਾਣ ਨਾਲ ਜੇ ਹਜੇ ਵੀ ਨਾ ਸਾਨੂੰ ਅਕਲ ਆਈ ਅਤੇ ਇਹ ਸਰਕਾਰ ਸਾਨੂੰ ਜੁੱਤੀਆਂ ਮਾਰਦੀ ਰਹੂਗੀ। ਅਤੇ ਜੋ ਕੁਛ ਬਾਈ ਦੇ ਨਾਲ ਅੱਜ ਹੋਇਆ ਵਾ ਉਹ ਸਾਡੇ ਨਾਲ ਹੁੰਦਾ ਰਹੂਗਾ ਅਤੇ ਹੁੰਦਾ ਰਹਿਣਾ ਵਾ। ਸੋ ਮੈਂ ਇਹੀ ਕਹੂੰਗਾ ਵੀ ਵੇਲਾ ਵਾ, ਸਾਂਭ ਲਓ ਆਪਣਾ ਜੋ ਵੀ ਪੰਜਾਬ ਦਾ ਤੁਸੀਂ ਸਾਡੇ ਹੱਥ ਵਾਸਿਆ, ਸਾਡੀ ਨੌਜਵਾਨੀ ਦੇ ਹੱਥ ਵਾਸਿਆ। ਸੋ ਇਹ ਨਾ ਹੋਵੇ, ਮੈਂ ਵੇਖ ਰਿਹਾ ਸੀ ਵੀਰ ਇੱਥੇ ਸਟੇਜਾਂ 'ਤੇ ਚੜ੍ਹ ਕੇ ਫੋਟੋਆਂ ਖਿੱਚੀ ਜਾ ਰਹੇ ਆ, ਸੈਲਫੀਆਂ ਪਾ ਰਹੇ ਆ, ਇੱਕ ਇਹਨਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰ ਦੇਣੀ ਕਿ ਸਾਨੂੰ ਬੜਾ ਦੁੱਖ ਆ। ਇੱਦਾਂ ਦੁੱਖ ਜ਼ਹਿਰ ਕਦੀ ਨਹੀਂ ਹੁੰਦਾ। ਦੁੱਖ ਉਦੋਂ ਜ਼ਹਿਰ ਹੁੰਦਾ ਵਾ ਜਦੋਂ ਤੁਸੀਂ ਸੱਚੀ ਉਹ ਸੋਚ ਨੂੰ ਪਹਿਰਾ ਦਿਓਗੇ। ਕਿੰਨੇ ਕੁ ਦੀਪ ਵਰਗੇ ਵੀਰ ਸਾਡੇ ਮਰਵਾ ਲੈਣਗੇ? ਕਿੰਨੇ ਕੁ ਅੱਜ ਸਾਡਾ ਸਿੱਖ ਜਿਹੜਾ ਇੱਕ ਬਾਹਰਲੀਆਂ ਕੰਟਰੀਆਂ ਦੇ ਵਿੱਚ ਇੱਕ ਹੋਲਡ ਰੱਖਦਾ ਵਾ, ਸੱਜਣ ਸਿੰਘ ਵਰਗੇ ਡਿਫੈਂਸ ਮਿਨਿਸਟਰ ਆ, ਠੀਕ ਆ। ਸੋ ਮੈਂ ਇਹੀ ਕਹਿਣਾ ਵਾ ਕਿ ਸਾਡੀ ਹੋਲਡ ਬਾਹਰਲੀਆਂ ਕੰਟਰੀਆਂ 'ਚ ਜ਼ਿਆਦਾ, ਪਰ ਸਾਡੀ ਪੰਜਾਬ ਦੇ ਵਿੱਚ ਹੋਲਡ ਨਹੀਂ। ਅਸੀਂ ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕ ਜਾਂਦੇ ਹਾਂ, ਅਸੀਂ ਕਿਸੇ ਲੀਡਰ ਦੇ ਬਹਿਕਾਵੇ 'ਚ ਆ ਕੇ ਵਿਕ ਜਾਂਦੇ ਹਾਂ। ਸਾਡੀ ਕੌਮ ਦੀ ਔਕਾਤ ਇਹ ਆ, ਸਾਡੀ ਕੌਮ ਦੀ ਔਕਾਤ ਅੱਜ ਕਣਕ ਆ, ਨੀਲੇ ਕਾਰਡ ਆ ਅਤੇ ਗਲੀਆਂ ਨਾਲੀਆਂ ਜੋਗੀ ਰਹਿ ਗਈ, ਜਿਹੜੇ ਕਿ ਸਾਨੂੰ ਪਿੰਡਾਂ ਦੇ ਲੀਡਰ ਆ ਕੇ ਕਹਿੰਦੇ ਆ ਕਿ ਮੈਂ ਤੁਹਾਡੀ ਨਾਲੀ ਬਣਾਤੀ, ਮੈਂ ਤੁਹਾਡੀ ਗਲੀ ਬਣਾਤੀ। ਸਾਨੂੰ ਇਹ ਕਿਉਂ ਨਹੀਂ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਐਜੂਕੇਸ਼ਨ ਦੇਵਾਂਗੇ, ਤੁਸੀਂ IPS ਆਫਿਸਰ ਬਣੋ, ਤੁਸੀਂ ਲਾਇਰ ਬਣੋ, ਤੁਸੀਂ ਆਪਣੇ ਕੌਮ ਦੇ ਕੰਮ ਆ ਸਕੋ। ਜਦੋਂ ਕਿ ਐਜੂਕੇਸ਼ਨ ਵੀ ਤੁਹਾਨੂੰ ਉਹ ਦੇ ਰਹੇ ਆ ਜਿਹੜੀ ਕਿ ਤੁਹਾਡੇ ਲਈ ਵਾਜਬ ਨਹੀਂ ਹੈਗੀ। ਗੁਰੂ ਸਾਹਿਬਾਨਾਂ ਨੂੰ ਤੁਸੀਂ ਦੇਖੋ +2 ਦੀ ਬੁੱਕ ਦੇ ਵਿੱਚ ਕੀ ਪੜ੍ਹਾ ਰਹੇ ਨੇ, ਗਲਤ ਪੜ੍ਹਾਇਆ। ਇਤਿਹਾਸ ਦੇ ਵਿੱਚ ਮਿਲਾਵਟ ਕੀਤੀ ਜਾ ਰਹੀ ਹੈ, ਗਲਤ ਇਤਿਹਾਸ ਪੜ੍ਹਾਇਆ ਜਾ ਰਿਹਾ। ਇਤਿਹਾਸ ਤਾਂ ਸਾਡਾ ਜੀ ਰਿਹਾ ਹੀ ਨਹੀਂ ਆ। ਇਤਿਹਾਸ ਹੁੰਦਾ ਤੇ ਅੱਜ ਪਤਾ ਚੱਲਦਾ ਵੀ ਕਿੰਨੇ ਸਾਡੇ ਨੌਜਵਾਨਾਂ ਦੀ ਸੋਚ ਇੱਕ ਹੋਣੀ ਸੀ। ਇਤਿਹਾਸ ਤਾਂ ਸਾਡਾ ਉਹਨਾਂ ਨੇ ਖਤਮ ਕਰਤਾ। ਇੱਥੋਂ ਤੱਕ ਮੈਂ ਇੱਕ ਮੀਡੀਆ ਦੇ ਵਿੱਚ ਬਿਆਨ ਵੀ ਸੁਣਿਆ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਆ, ਜ਼ਹਿਰ ਖਵਾ ਕੇ ਸਾਡੇ ਬੱਚੇ ਅੱਜ ਇਹਨਾਂ ਨੇ ਨਸਲਕੁਸ਼ੀ ਕਰਨੀ ਸ਼ੁਰੂ ਕਰਤੀ ਆ। ਅੰਮ੍ਰਿਤਸਰ ਦੇ ਵਿੱਚ 10 ਟੈਸਟ ਟਿਊਬ ਬੇਬੀ ਖੁੱਲ੍ਹ ਗਏ, ਜਲੰਧਰ ਦੇ ਵਿੱਚ ਤੇ 15-20 ਖੁੱਲ੍ਹ ਗਏ ਆ। ਇਹਦਾ ਮਤਲਬ ਕਿ ਸਾਡੇ ਜਿਹੜੇ ਲੋਕ ਆ ਇਹ ਨਮਰਦ ਹੁੰਦੇ ਜਾ ਰਹੇ ਆ। ਜ਼ਹਿਰ ਖਵਾ ਕੇ ਸਾਡੀ ਨਸਲਕੁਸ਼ੀ ਤਾਂ ਆਲਰੇਡੀ ਇੱਕ ਜਾ ਰਹੀ ਆ। ਅਸੀਂ ਤਾਂ ਆਲਰੇਡੀ ਇੱਕ ਖੂਹ ਦੇ ਵਿੱਚ ਡਿੱਗ ਰਹੇ ਹਾਂ ਜਿਹਦੇ ਵਿੱਚ ਸਾਨੂੰ ਡਿੱਗਣਾ ਚਾਹੀਦਾ ਸੀ। ਅਤੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਖਾਲਸੇ ਨੂੰ, ਸਿੱਖਾਂ ਨੂੰ, ਖਾਸ ਕਰਕੇ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ
ਅੱਜ ਕਿੰਨੇ ਜਥੇਬੰਦੀਆਂ ਨੇ ਮੋਦੀ ਨਾਲ ਜਾ ਕੇ ਸੈਂਟਰ ਦੇ ਵਿੱਚ ਮੀਟਿੰਗ ਕੀਤੀ, ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੌਣ ਸਾਡਾ ਤੇ ਕੌਣ ਪਰਾਇਆ। ਅੱਜ 1.5 ਸਾਲ ਹੋ ਗਿਆ ਛਿੱਤਰ ਖਾ ਕੇ, ਅੱਜ ਫਿਰ ਵਾਪਸ ਇਹਨਾਂ ਨੇ ਅੰਦੋਲਨ ਜਿੱਤ ਕੇ ਆਏ ਆ। ਇੰਨੇ ਛਿੱਤਰ ਖਾਣ ਦੇ ਸ਼ਹੀਦੀਆਂ ਦੇਣ ਦੇ ਬਾਵਜੂਦ ਵੀ ਇਹ ਅੱਜ ਫਿਰ ਉਹਨਾਂ ਨੂੰ ਵੋਟਾਂ ਪਾ ਰਹੇ ਆ ਜਿਹੜੇ ਕਹਿ ਰਹੇ ਜੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਬੀਜੇਪੀ ਨਾਲ ਗੱਠਜੋੜ ਕਰਾਂਗੇ। ਕਿਉਂ ਨਹੀਂ ਲੋਕਾਂ ਨੂੰ ਸ਼ਰਮ ਆਉਂਦੀ, ਕਿਉਂ ਨਹੀਂ ਅਕਲ ਆਉਂਦੀ? ਇਹ ਗੱਲਾਂ ਦਾ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਨਾਲ ਕੀ ਕੁਝ ਹੋ ਰਿਹਾ? ਪਰ ਨਹੀਂ, ਉਹਨਾਂ ਤੱਕ ਸਾਨੂੰ ਅਕਲ ਨਹੀਂ ਆਉਣੀ ਜਿੰਨਾ ਚਿਰ ਘਰ ਘਰ ਇਹ ਗੱਲਾਂ ਨਹੀਂ ਹੋਈਆਂ, ਸਾਡੇ ਨਾਲ ਨਾ ਹੋਈਆਂ, ਸਾਡੇ ਨਾਲ ਨਾ ਵਾਪਰੀਆਂ। ਇਸ ਕਰਕੇ ਸਾਨੂੰ ਸੰਭਲਣ ਦੀ ਲੋੜ ਆ। ਕਿੰਨੇ ਕੁ ਤੁਸੀਂ ਬਾਹਰ ਜਹਾਜ਼ ਤੇ ਬਹਿ ਕੇ ਚੱਲ ਜਾਓਗੇ, ਹੈ ਨਾ? ਮੈਂ ਵੀ ਤਿਆਰ ਆ, ਵੀ ਵੀਰ ਤਿਆਰ ਆ, ਅਸੀਂ ਤਿਆਰ ਆ ਬਾਹਰ ਜਾਣ ਨੂੰ। ਪਰ ਇੱਕ ਦਿਨ ਇਹੋ ਜਿਹਾ ਆਉਣਾ ਵਾ, ਜੇ ਤੁਸੀਂ ਜੁਰਤ ਰੱਖਦੇ ਜੇ ਪੰਜਾਬ ਦੇ ਉੱਤੋਂ ਕਿਸੇ ਨੂੰ ਭਜਾਉਣ ਦੀ, ਤਾਂ ਜੁਰਤ ਗੋਰੇ ਵੀ ਰੱਖਦੇ ਆ ਤੁਹਾਨੂੰ ਇੱਧਰ ਭਜਾਉਣ ਦੀ। ਪੰਜਾਬ ਤੋਂ ਇਲਾਵਾ ਸਾਡੀ ਧਰਤੀ ਕੋਈ ਨਹੀਂ ਹੈਗੀ, ਪੰਜਾਬ ਤੋਂ ਇਲਾਵਾ ਸਾਡਾ ਘਰ ਕੋਈ ਨਹੀਂ ਹੈਗਾ। ਆਲਰੇਡੀ ਸਾਡੇ ਪੰਜਾਬ ਦੇ 4-5 ਟੋਟੇ ਇਹਨਾਂ ਨੇ ਕਰ ਦਿੱਤੇ ਆ, ਤੇ ਜਿਹੜਾ ਹੁਣ ਅਗਲਾ ਟੋਟਾ ਵਾ ਉਹ ਕਰਨ ਨੂੰ ਤਿਆਰ ਬਰ ਤਿਆਰ ਬੈਠੇ ਆ। ਸੋ ਸੰਭਲ ਜਾਓ, ਹਜੇ ਕੁਛ ਨਹੀਂ ਵਿਗੜਿਆ। ਤੇ ਮੈਂ ਤਾਂ ਇਹੀ ਕਹੂੰਗਾ ਕਿ ਜੇ ਹੁਣ ਵੀ ਨਾ ਤੁਸੀਂ ਸੰਭਲੇ ਤਾਂ ਤੁਸੀਂ ਤਿਆਰ ਰਹੋ, ਤੁਹਾਡੇ ਸਿਰ ਤੇ ਨਾ ਕੇਸ ਰਹਿਣੇ ਆ ਤੇ ਨਾ ਤੁਹਾਨੂੰ ਅਧਿਕਾਰ ਰਹਿਣੇ ਆ, ਤੇ ਤੁਸੀਂ ਮਰਨ ਲਈ ਤਿਆਰ ਹੋ ਜਾਓ। ਇਹੋ ਕੋਸ਼ਿਸ਼ ਸਰਕਾਰਾਂ ਕਰਨਾ ਚਾਹੁੰਦੀਆਂ ਤੇ ਉਹ ਕਰ ਰਹੀਆਂ ਨੇ। ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ? ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਵਾ, ਪੰਜਾਬ ਦੇ ਵਿੱਚ ਇੰਨੀਆਂ ਜਥੇਬੰਦੀਆਂ ਵਾ, ਇੰਨੀਆਂ ਟਕਸਾਲਾਂ ਵਾ, ਇੰਨੇ ਬਾਬੇ ਨੇ। ਜਦੋਂ ਕੋਈ ਵੀ ਪਿੰਡਾਂ ਦੇ ਵਿੱਚ ਤੁਸੀਂ ਆਮ ਵੇਖਿਆ ਵਾ, ਕਾਰ ਸੇਵਾ ਵਾਲੇ ਬਾਬੇ ਆਉਂਦੇ ਰਹਿੰਦੇ ਨੇ ਜੀ, ਗਰਾਈ ਲੈ ਕੇ ਚਲੇ ਜਾਂਦੇ ਨੇ, ਪਰ ਉਹੀ ਬਾਬੇ ਸਾਡੀ ਕੌਮ ਦੇ ਕਦੀ ਬਾਤ ਨਹੀਂ ਪੁੱਛੀ। ਉਹ ਬਾਬਿਆਂ ਨੇ ਕਦੀ ਕੌਮ ਦੇ ਮਸਲੇ ਦੇ ਵਿੱਚ ਕੋਈ ਬੋਲਿਆ ਨਹੀਂ ਆ। ਇੰਨੀਆਂ ਤਗੜੀਆਂ ਟਕਸਾਲਾਂ, ਇੰਨੇ ਤਗੜੇ ਸਾਡੇ ਜਥੇਦਾਰ, ਆਪਣੇ ਆਪ ਨੂੰ ਜਰਨੈਲ ਕਹਿਣ ਵਾਲੇ, ਕਦੀ ਵੀ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਉਹਨਾਂ ਨੇ ਕੌਮ ਲਈ ਕੋਈ ਸ਼ਹੀਦੀ ਦਿੱਤੀ ਆ। ਜਿਹੜੇ ਆਪਣੇ ਪੁਰਾਣੇ ਸੀ ਉਹ ਦੇ ਗਏ ਆ, ਗਾੜੀ ਇਹ ਸਿਰਫ ਸਾਨੂੰ ਮਰਨ ਲਈ ਤਿਆਰ ਕਰ ਦਿੰਦੇ ਨੇ। ਤਾਂ ਮੈਂ ਇਹੀ ਕਹਿੰਦਾ ਵੀ ਇਹਨਾਂ ਦਾ ਵੀ ਬਾਈਕਾਟ ਹੋਣਾ ਚਾਹੀਦਾ ਸਰਕਾਰਾਂ ਦੇ ਨਾਲ। ਸੋ ਇਹਨਾਂ ਦੇ ਝੰਡੇ ਨਾਲ ਲਾਉਣ ਨਾਲੋਂ ਚੰਗਾ ਆਪਣੇ ਪੰਥ ਦਾ ਝੰਡਾ ਕੋਠੇ 'ਤੇ ਲਾ ਲਓ, ਤੁਹਾਨੂੰ ਮਹਾਰਾਜ ਦੇ ਘਰ ਕਿਤੇ ਥਾਂ ਮਿਲ ਜੂਗੀ ਸਿਰ ਲੁਕਾਉਣ ਲਈ। ਨਹੀਂ ਤਾਂ ਤੁਸੀਂ ਮੱਥਾ ਟੇਕਣ ਦੇ ਹੱਕਦਾਰ ਨਹੀਂ ਹੈਗੇ, ਗੁਰਦੁਆਰਿਆਂ 'ਚ ਜਾ ਕੇ ਤੁਸੀਂ ਮਹਾਰਾਜ ਕੋ ਦਾਤਾ ਮੰਗਣ ਦੇ ਹੱਕਦਾਰ ਨਹੀਂ ਹੈਗੇ, ਕਿਉਂਕਿ ਤੁਸੀਂ ਆਪਣੀ ਕੌਮ ਦੇ ਨਾਲ ਨਹੀਂ ਖੜਦੇ, ਤੁਸੀਂ ਆਪਣੇ ਕੌਮ ਨੂੰ ਦਰਦ ਨਹੀਂ ਪਛਾਣਦੇ। ਤੁਸੀਂ ਅੱਜ ਉਹਨਾਂ ਦੀ ਕੰਪੇਨਾਂ ਕਰਦੇ ਜੇ ਜਿਨ੍ਹਾਂ ਨੇ ਤੁਹਾਨੂੰ ਬਰਗਾੜੀ ਕਾਂਡ ਦੇ ਵਿੱਚ ਗੋਲੀਆਂ ਮਰਵਾਈਆਂ, 76 ਮਰਵਾਏ। ਤੁਸੀਂ ਉਹਨਾਂ ਨੂੰ ਅੱਜ ਉਹਨਾਂ ਦੀਆਂ ਕੰਪੇਨਾਂ ਕਰਦੇ ਜੇ ਜਿਹੜੇ ਕਿ ਸਾਡੇ ਜਿਹੜੇ ਸਿੱਖਾਂ ਨੂੰ ਅੰਦਰ ਖੜ ਕੇ ਮਰਵਾਉਂਦੇ ਰਹੇ ਆ, ਤੇ ਤੁਸੀਂ ਉਹਨਾਂ ਦੀਆਂ ਕੰਪੇਨਾਂ ਕਰਦੇ ਜੇ ਜਿਹੜਾ ਅੱਜ ਤੁਹਾਡੇ ਲਈ ਗਾੜੀ ਆਉਣ ਵਾਲੇ ਫਿਊਚਰ 'ਚ ਕੰਡੇ ਬੀਜ ਰਹੇ ਆ। ਸੋ ਮੈਂ ਇਹੀ ਬੇਨਤੀ ਕਰਦਾ ਵਾਂ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਨੌਜਵਾਨੀ ਦੀ, ਉਹਨੂੰ ਪਹੁੰਚਾਓ। ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ, ਆਪਣੀਆਂ ਫੁਕਰਬਾਜ਼ੀਆਂ ਤੋਂ ਬਾਹਰ ਆਓ, ਰੀਲਾਂ ਬਣਾਉਣੀਆਂ ਬੰਦ ਕਰੋ, ਕੋਈ ਆਪਣਾ ਇਤਿਹਾਸ ਪੜ੍ਹੋ। ਸੋ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿੱਥੋਂ ਉੱਠੇ ਸੀ ਤੇ ਅੱਜ ਕਿੱਥੇ ਆ ਡਿੱਗੇ ਆ। ਸਾਨੂੰ ਤਾਂ ਅੱਜ ਮਖੌਲ ਹੁੰਦਾ ਵਾ ਕਿ ਅੱਜ ਤੁਸੀਂ ਕੀ ਕਰਦੇ ਪਏ ਹੋ, ਕਿੱਧਰ ਨੂੰ ਜਾਂਦੇ ਪਏ ਹੋ। ਤੁਹਾਡੀ ਕੌਮ ਤਾਂ ਇਦਾਂ ਸੀ, ਸਾਡੀ ਕੌਮ ਤਾਂ ਰਹੀ ਨਹੀਂ, ਸਾਡੀ ਕੌਮ ਤਾਂ ਰਹੀ ਚਲਾ ਹੀ ਸਰਕਾਰਾਂ ਰਹੀਆਂ ਨੇ। ਸੋ ਮੈਂ ਬੇਨਤੀ ਕਰਦਾ ਵਾਂ ਕਿ ਜੇ ਤੁਸੀਂ ਇਸ ਪੰਜਾਬ ਨੂੰ ਪੰਜਾਬ ਰਹਿਣ ਦੇਣਾ ਚਾਹੁੰਦੇ ਜੇ, ਤੇ ਹਜੇ ਵੀ ਬੰਦੇ ਦੇ ਪੁੱਤ ਬਣ ਕੇ ਤੇ ਆਪਣੀ ਕੌਮ ਦੇ ਲੜ ਲੱਗ ਜਾਓ। ਚਲੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਵੇਰੇ ਅੰਮ੍ਰਿਤ ਛਕ ਲਓ, ਮੈਂ ਵੀ ਨਹੀਂ ਛਕਿਆ ਹੈਗਾ। ਸਵੇਰੇ ਤੁਸੀਂ ਬਾਣੇ ਵਾਲੇ ਬਣ ਜਾਓ, ਘੱਟੋ ਘੱਟ ਆਪਣੀ ਕੌਮ ਦੇ ਦਰਦ ਨੂੰ ਤੇ ਪਛਾਣੋ ਕਿ ਸਾਡੇ ਨਾਲ ਹੋਣ ਕੀ ਡਿਆ। ਸਾਡੀ ਜਿਹੜੀ ਭਾਸ਼ਾ ਵਾ ਉਹਨੂੰ ਹਜੇ ਤੱਕ ਮਾਨਤਾ ਨਹੀਂ ਦਿੱਤੀ। ਮੇਰੇ ਪਿੰਡ ਦੇ ਵਿੱਚ ਕਈ ਸਕੂਲ ਆ, ਉੱਥੇ ਹਿੰਦੀ ਤੇ ਇੰਗਲਿਸ਼ ਤੋਂ ਇਲਾਵਾ ਪੰਜਾਬੀ ਹੈ ਹੀ ਨਹੀਂ। ਸਕੂਲਾਂ ਦੇ ਵਿੱਚ ਪੜ੍ਹਾਇਆ ਨਹੀਂ ਜਾਂਦਾ, ਸਾਡੇ ਬੱਚਿਆਂ ਨੂੰ ਤਾਂ ਆਉਂਦਾ ਹੀ ਨਹੀਂ। ਸਾਡੇ ਬੱਚਿਆਂ ਨੂੰ ਅੱਜ ਸਭ ਤੋਂ ਪਹਿਲਾਂ ਕਹਿੰਦੇ ਇਹਨੂੰ ਇੰਗਲਿਸ਼ ਆਉਣੀ ਜ਼ਰੂਰੀ, ਪੰਜਾਬੀ ਆਉਣੀ ਜ਼ਰੂਰੀ ਨਹੀਂ। ਸੋ ਇਹ ਤੁਹਾਡੇ ਨਾਲ ਜੋ ਕੁਝ ਵਾਪਰਨ ਡਿਆ ਤੁਹਾਨੂੰ ਸਮਝਣਾ ਪੈਣਾ ਵਾ। ਪੰਜਾਬ ਛੱਡ ਕੇ ਤੁਸੀਂ ਭੱਜ ਨਹੀਂ ਜਾਣਾ, ਤੁਹਾਨੂੰ ਮੁੜਦੇ ਪਛਾਣ ਨੂੰ ਆਉਣਾ ਵੀ ਪੈਣਾ ਜਿੱਦਾਂ ਤੁਸੀਂ ਜਾ ਰਹੇ ਜੇ। ਸੋ ਇਹੀ ਤੁਹਾਡਾ ਵਾ ਪੰਜਾਬ ਆ, ਤੁਹਾਡਾ ਘਰ ਆ, ਤੁਹਾਡੀ ਜ਼ਮੀਨ ਆ। ਤੁਸੀਂ ਇਹਨਾਂ ਨੂੰ ਬਿਹਾਰੀਆਂ ਦੇ ਜਾਂ ਯੂਪੀ ਵਾਲਿਆਂ ਦੇ ਹੱਥ 'ਚ ਨਹੀਂ ਦੇ ਸਕਦੇ। ਤੁਹਾਡੀ ਧਰਤੀ ਨੂੰ ਥੁੱਕ ਕੇ ਅੱਜ ਉਹ ਲਾਲ ਕਰ ਰਿਹਾ, ਜਿਹੜੀ ਕਦੀ ਸ਼ਹੀਦਾਂ ਸਿੰਘਾਂ ਦੇ ਖੂਨ ਨਾਲ ਲਾਲ ਸੀ। ਤੇ ਤੁਹਾਨੂੰ ਇਹ ਕਿਉਂ ਨਹੀਂ ਚੀਜ਼ ਸਮਝ ਲੱਗਦੀ ਹੈ? ਜੇ ਦਰਬਾਰ ਸਾਹਿਬ ਦੇ ਵਿੱਚ ਚੱਲ ਜਾਓ, ਇੱਕ ਸਿਰਫ ਫੋਟੋਗ੍ਰਾਫੀ ਕਰਨ ਲਈ ਉੱਥੇ ਟੂਰਿਸਟ ਆ ਰਿਹਾ, ਕਿਸੇ ਨੂੰ ਕੋਈ ਮਰਿਆਦਾ ਦਾ ਉੱਥੇ ਰਿਹਾ ਨਹੀਂ ਆ। ਰੋਜ਼ ਦਿਹਾੜੀ ਉੱਥੇ ਕਈ ਤਰ੍ਹਾਂ ਦੀਆਂ ਬੇਦਬੀਆਂ ਹੁੰਦੀਆਂ ਵਾ। ਹੁਣ ਹੋਲਾ ਮਹੱਲਾ ਆਉਣ ਵਾਲਾ ਵਾ, ਕਿੰਨੀ ਦੁਨੀਆ ਨੇ 2-2 3-3 ਲੱਖ ਰੁਪਈਆ ਲਾ ਕੇ ਟਰਾਲੀਆਂ 'ਤੇ ਜਾਣਾ ਵੀ ਅਸੀਂ ਪੰਜਾਬੋਂ ਆਏ ਆ, ਸਾਡੇ ਵੱਲ ਵੇਖੋ ਸਾਡਾ ਕਿੰਨਾ ਟੌਰ ਆ। ਤੁਹਾਡਾ ਕੋਈ ਟੌਰ ਨਹੀਂ ਜੇ। ਤੁਸੀਂ ਉਦੋਂ ਸੁੱਤੇ ਸੀ ਜਦੋਂ ਸਾਡੇ ਕਾਲ ਉੱਥੇ ਮਹਾਰਾਜ ਦੇ ਅੰਦਰ ਇੱਕ ਬੀੜੀ ਦਾ ਧੂਆ ਸੁੱਟ ਕੇ ਗਿਆ ਸੀ 2 ਮਹੀਨੇ ਪਹਿਲਾਂ। ਉਹ ਖਬਰ ਕਿਉਂ ਨਹੀਂ ਦਿਖਾਈ ਗਈ? ਕਿਉਂ ਨਹੀਂ ਤੁਸੀਂ ਉਦੋਂ ਉੱਥੇ ਗਏ? ਇਹੋ ਸਾਡੀਆਂ ਕਮੀਆਂ ਵਾ, ਇਹੋ ਤਰਾਸਦੀ ਆ ਸਾਡੀ। ਅੱਜ ਸਿੱਖੀ ਤੁਹਾਨੂੰ ਰੋੜੇ ਮਾਰ ਰਹੀ ਆ, ਠੀਕ ਹੈ ਨਾ। ਅੱਜ ਤੁਹਾਨੂੰ 10ਵੇਂ ਪਾਤਸ਼ਾਹ ਨੇ ਆ ਕੇ ਇੱਥੇ ਇਹ ਨਹੀਂ ਕਹਿਣਾ ਵੀ ਤੁਸੀਂ ਮਤਲਬ ਮੈਂ ਤੁਹਾਡੇ ਲਈ ਲੜਾਂਗਾ। ਉਹ ਸਾਨੂੰ ਬਾਣੀ ਇਸੇ ਕਰਕੇ ਦੇ ਕੇ ਗਏ ਆ, ਸਾਨੂੰ ਇਸੇ ਕਰਕੇ ਸਿੱਖ ਕੌਮ ਦੇ ਕੇ ਗਏ ਆ ਕਿ ਤੁਹਾਨੂੰ ਉੱਠਣਾ ਪੈਣਾ ਵਾ, ਤੁਹਾਨੂੰ ਲੜਨਾ ਪੈਣਾ ਵਾ। ਜਿਹੜੀ ਸਿੱਖ ਕੌਮ ਆ ਇੱਕ ਲੜਨ ਨੂੰ ਬਣੀ ਆ, ਇੱਕ ਜੂਝਣ ਨੂੰ ਬਣੀ ਆ, ਇੱਕ ਰੱਖਿਆ ਕਰਨ ਨੂੰ ਬਣੀ ਆ ਮਜਲੂਮਾਂ ਦੀ ਤੇ ਆਪਣੀ
ਆਪਣੇ ਧਰਮ ਦੀ ਵੀ। ਸੋ ਬੇਨਤੀ ਆ ਸਾਰਿਆਂ ਨੂੰ ਕਿ ਇਹ ਚੀਜ਼ਾਂ ਛੱਡ ਕੇ ਫੁਕਰਪੁਣੇ ਛੱਡ ਕੇ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੋ, ਆਪਣੀ ਕੌਮ ਦੇ ਲੇਖੇ ਲੱਗੋ, ਸੋ ਤੁਹਾਡਾ ਪੰਜਾਬ ਬਚ ਸਕੇ। ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਇੰਨਾ ਭਿਆਨਕ ਹੋਊਗਾ, ਤੁਹਾਨੂੰ ਕਿਸੇ ਵਰਲਡ ਦੇ ਵਿੱਚ ਥਾਂ ਨਹੀਂ ਮਿਲਣੀ ਭੱਜਣ ਨੂੰ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਨੂੰ ਲੱਗਦਾ ਕਿ ਨੌਜਵਾਨ ਵੀਰ ਨੇ ਬਹੁਤ ਇੱਕ ਸੁਨੇਹਾ ਦਿੱਤਾ ਹੈਗਾ, ਇੱਥੋਂ ਦਿਲ ਦੇ ਅੰਦਰੋਂ ਨਿਕਲੀਆਂ ਨੇ ਸਾਰੀਆਂ ਗੱਲਾਂ, ਨਾ ਕਿ ਇੱਥੋਂ ਦਿਮਾਗ ਦੇ ਵਿੱਚੋਂ। ਸੋ ਦਿਲ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲੀਆਂ ਨੇ, ਇਟ ਮੀਨ ਦਿਲ ਦੇ ਵਿੱਚ ਇਹ ਸਾਰਾ ਕੁਝ ਵਸਿਆ ਹੋਇਆ। ਆਪਣਾ ਉਜਾੜਾ ਜਿਹੜਾ ਹੈਗਾ ਉਹ ਉਹਨਾਂ ਨੂੰ ਨਜ਼ਰ ਆਉਂਦਾ ਹੈਗਾ ਜਿਨ੍ਹਾਂ ਨੂੰ। ਸੋ ਸਾਰਿਆਂ ਨੂੰ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ ਆ। ਕੱਲ ਤੋਂ ਬਾਅਦ ਪਰਸੋਂ ਨੂੰ ਕੀ ਹੋਣ ਜਾ ਰਿਹਾ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਿਆ ਸਜਾਏ, ਭਾਵ ਕਿ ਜੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਨਾ ਉਹਨੂੰ ਜੇ ਤਿਰਛੀ ਜੀ ਅੱਖ ਕਰਕੇ ਜਰਾ ਦੂਰ ਦੇਖਦੇ ਹੋਵੋ ਜੇ ਤਾਂ ਫਿਰ ਬੰਦਾ ਪਹਿਲਾਂ ਸਮਝ ਜਾਂਦਾ ਹੈਗਾ ਕਿ ਪਰਸੋਂ ਨੂੰ ਆਹ ਹੋਣ ਜਾ ਰਿਹਾ, ਇਸ ਕਰਕੇ ਮੈਂ ਕੱਲ੍ਹ ਨੂੰ ਆਹ ਗਲਤੀਆਂ ਨਹੀਂ ਕਰਨੀਆਂ, ਤਾਂ ਕਿ ਪਰਸੋਂ ਨੂੰ ਜਿਹੜਾ ਖਮਿਆਜਾ ਭੁਗਤਣਾ ਪੈਣਾ ਉਹ ਨਾ ਭੁਗਤਣਾ ਪਵੇ। ਸੋ ਗੁਰਬਾਣੀ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਇਤਿਹਾਸ ਸਾਡਾ ਸਾਡੀ ਪਿੱਠ ਦੇ ਉੱਪਰ ਖੜਾ ਸਾਡੀ ਅਗਵਾਈ ਕਰਦਾ ਹੈਗਾ, ਔਰ ਸਾਡੇ ਸੂਰਬੀਰ ਬਹਾਦਰ ਯੋਧੇ ਜਿਹੜੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੈ ਹਿਤ ਪੁਰਜਾ ਪੁਰਜਾ ਕੱਟ ਮੇਰਾ ਕਬਹੂ ਨਾ ਛਾੜੈ ਖੇਤ। ਸੋ ਸੂਰਮਾ ਦੀਪ ਸਿੱਧੂ ਵਰਗੇ ਨੌਜਵਾਨ ਉਹ ਜਹਾਨੋਂ ਰੁਖਸਤ ਹੋ ਜਾਂਦੇ ਨੇ, ਪਰ ਪਿੱਛੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ। ਆਪਣੇ ਬੋਲ, ਆਪਣੇ ਬੋਲੇ ਹੋਏ ਅਲਫਾਜ਼ ਉਹਨਾਂ ਦੇ ਹਵਾ ਦੇ ਵਿੱਚ ਗੂੰਜਦੇ ਰਹਿਣਗੇ, ਔਰ ਮੈਂ ਉਮੀਦ ਕਰਦਾ ਕਿ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਉਹਨਾਂ ਅਲਫਾਜ਼ਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਆਪ ਵੀ ਸਵਾਰਦੀ ਰਹੂਗੀ, ਆਪਣੀ ਇਸ ਧਰਤੀ ਨੂੰ ਸਵਾਰਨ ਵਾਸਤੇ ਵੀ ਚਾਰਾਜੋਈ ਕਰਦੀ ਰਹੂਗੀ। ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਆ ਤੁਹਾਡਾ ਆਪਣਾ ਘਰ ਪੰਜਾਬ ਦੀ ਧਰਤੀ, ਇੱਥੇ ਤੁਹਾਡੇ ਆਪਣੇ ਧਰਤੀ ਦੇ ਉੱਪਰ ਜੇ ਪੈਰ ਚੰਗੀ ਤਰ੍ਹਾਂ ਗੱਡ ਹੋ ਕੇ ਨਾ ਰੱਖੇ ਹੋਏ ਤਾਂ ਦੁਨੀਆ ਦੇ ਕਿਸੇ ਮੁਲਕ 'ਚ ਵੀ ਚਲ ਜਾਓ, ਭਾਵੇਂ ਢੋਈ ਕੋਈ ਨਹੀਂ ਮਿਲਣੀ ਹੈਗੀ। ਤੁਹਾਡਾ ਆਪਣਾ ਆ ਜਿਹੜਾ ਘਰ ਹੈਗਾ, ਇੱਥੇ ਤੁਹਾਡੇ ਪੈਰ ਮਜ਼ਬੂਤ ਹੋਣੇ ਬੇਹੱਦ ਜ਼ਰੂਰੀ ਨੇ। ਬਹੁਤ ਬਹੁਤ ਧੰਨਵਾਦ।